ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਖ ਹੈ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ। ਸੋ ਦਾਸ ਅੱਜ ਬਾਬਾ ਰਵਿਦਾਸ ਜੀ ਦੇ ਜੀਵਨ ਦਰਸ਼ਨਾਂ ਦੀ ਇੱਕ ਸੰਖੇਪ ਮਾਤਰ ਵਿਚਾਰ ਜਿਹੜੀ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਜਦੋਂ ਬਾਬਾ ਰਵਿਦਾਸ ਜੀ ਦੀ ਮਹਿਮਾ ਸੀ ਦੂਰ ਦਰਾਡੇ ਤੱਕ ਜਾਣ ਲੱਗੀ, ਫਿਰ ਉਸ ਟਾਈਮ ਉਹਨਾਂ ਇਲਾਕਿਆਂ ਵਿੱਚ ਖਾਸ ਕਰਕੇ ਜਿਹੜੇ ਕਾਛੀ ਦੇ ਪੰਡਿਤ ਸੀ ਉਹਨਾਂ ਨੂੰ ਜਾਣੀ ਕਿ ਬਾਬਾ ਜੀ ਦੀ ਜਿਹੜੀ ਚੜ੍ਹਤ ਦੇਖ ਕੇ ਬੜਾ ਮਨ ਦੇ ਵਿੱਚ ਦੁੱਖ ਹੋਇਆ। ਕਿਉਂਕਿ ਉਹਨਾਂ ਦੀ ਜਿਹੜੀ ਧਾਰਨਾ ਇਹ ਸੀਗੀ ਕਿ ਖਾਸ ਕਰਕੇ ਕੋਈ ਵੀ ਨੀਵੀਂ ਜਾਤ ਦਾ ਆਦਮੀ ਜਿਹੜਾ ਉਹ ਰੱਬ ਦਾ ਨਾਂ ਲੈ ਨਹੀਂ ਸਕਦਾ ਅਤੇ ਨਾ ਦਾਨ ਲੈ ਸਕਦਾ ਹੈਗਾ ਅਤੇ ਨਾ ਵਾਹਿਗੁਰੂ ਦੇ ਪ੍ਰਤੀ ਕੋਈ ਕਿਸੇ ਨੂੰ ਦੱਸ ਸਕਦਾ ਹੈਗਾ। ਇਸ ਕਰਕੇ ਉਹਨਾਂ ਦੀ ਜਿਹੜੀ ਈਰਖਾ ਸੀ ਬਾਬਾ ਰਵਿਦਾਸ ਜੀ ਦੇ ਨਾਲ ਦਿਨੋਂ ਦਿਨ ਜਿਹੜੀ ਸੀ ਉਹ ਵਧਣ ਲੱਗੀ। ਪਰ ਇੱਥੇ ਬਾਬਾ ਰਵਿਦਾਸ ਜੀ ਦੀ ਜਿਹੜੀ ਆਪਣੀ ਜੀਵਨ ਆ ਉਹ ਕੀ ਹੈ, ਉਹ ਹੈ ਮਾਇਆ ਤੋਂ ਬਿਲਕੁਲ ਨਿਰਲੇਪ, ਕਿ ਮਾਇਆ ਤੋਂ ਬਿਲਕੁਲ ਨਿਰਲੇਪ ਹੋ ਜਾਣਾ। ਦੇਖੋ ਇੱਕ ਐਸੀ ਮਾਇਆ ਜਿਹੜੀ ਆ ਉਹ ਖਿੱਚ ਦਾ ਕਾਰਨ ਬਣਦੀ ਆ ਕਿ ਹਰੇਕ ਦਾ ਜਿਹੜਾ ਮਨ ਆ ਲੋਭੀ ਹੋ ਜਾਂਦਾ। ਪਰ ਗੁਰਬਾਣੀ ਨੇ ਦੱਸਿਆ ਕਿ ਜਿਹੜਾ ਲੋਭੀ ਬੰਦਾ ਹੋਵੇ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਅਸਲ ਦੇ ਵਿੱਚ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਹੈਗਾ। ਇਹ ਸਾਨੂੰ ਗੁਰਬਾਣੀ ਨੇ ਸਿਖਾਇਆ ਹੈਗਾ। ਦੇਖੋ ਬਾਬਾ ਰਵਿਦਾਸ ਜੀ ਦੀ ਜਿਹੜੀ ਮਹਿਮਾ ਇੰਨੀ ਅਪਰੰਪਾਰ ਆ ਕਿ ਉਹਨਾਂ ਨੇ ਮਾਇਆ ਦੇ ਉੱਤੇ ਆਪਣਾ ਪੂਰਨ ਜਿਹੜਾ ਕਾਬੂ ਸੀਗਾ ਉਹ ਸਹਿਜ ਹੀ ਪਾ ਲਿਆ ਸੀਗਾ। ਦੇਖੋ ਉਹਨਾਂ ਦੇ ਜੀਵਨ ਦਰਸ਼ਨਾਂ ਦੇ ਅੰਦਰ ਇੱਕ ਨਹੀਂ ਦੋ ਤਰ੍ਹਾਂ ਦੇ ਪ੍ਰਸੰਗ ਆਉਂਦੇ ਆ। ਇੱਕ ਤਾਂ ਪ੍ਰਸੰਗ ਇਹ ਆਉਂਦਾ ਹੈਗਾ ਕਿ ਇੱਕ ਵਾਰ ਕਹਿੰਦੇ ਵਾਹਿਗੁਰੂ ਜੀ ਕਿਸੇ ਸਾਧੂ ਦੇ ਭੇਸ ਵਿੱਚ ਰਵਿਦਾਸ ਮਹਾਰਾਜ ਦੀ ਝੌਂਪੜੀ 'ਚ ਗਏ। ਜਦ ਗਏ ਤਾਂ ਉੱਥੇ ਉਹਨੇ ਆਪਣਾ ਜਿਹੜਾ ਜੋੜਾ ਸੀਗਾ ਜਦੋਂ ਗਠਾਉਣ ਲੱਗੇ ਤਾਂ ਰਵਿਦਾਸ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਵੀ ਜੋੜਾ ਤਾਂ ਮੈਂ ਤੇਰੇ ਕੋਲ ਗਠਾ ਰਿਹਾ ਹੈਗਾ, ਪਰ ਮੇਰੇ ਕੋਲ ਦੇਣ ਵਾਸਤੇ ਪੈਸੇ ਨਹੀਂ ਆ। ਦੇਖੋ ਇੰਨੀ ਗੱਲ ਹੋਈ ਤਾਂ ਬਾਬਾ ਜੀ ਜਿਹੜੇ ਸੀ ਉਹ ਮੂੰਹ 'ਚ ਵਿੱਚ ਮੁਸਕਰਾਏ ਅਤੇ ਕਹਿਣ ਲੱਗੇ ਚਲੋ ਠੀਕ ਹੈ ਭਾਈ, ਅਗਰ ਤੁਹਾਡੇ ਪਾਸ ਪੈਸੇ ਨਹੀਂ ਹੈ ਅਤੇ ਫਿਰ ਮੇਰੇ ਪਾਸ ਵੀ ਜਿਹੜੀ ਜੋੜਾ ਗਠਾਉਣ ਵਾਸਤੇ ਔਜ਼ਾਰ ਨਹੀਂ ਹੈ। ਜਦ ਇੰਨੀ ਗੱਲ ਹੋਈ ਆ ਤਾਂ ਦੇਖੋ ਉਹ ਜਿਹੜੇ ਸਾਧੂ ਸੀ ਰੱਬ ਦੇ ਭੇਸ 'ਚ ਆਏ, ਉਹ ਬਾਬਾ ਰਵਿਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਦੇਖੋ ਤੂੰ ਰੱਬ ਦਾ ਐਡਾ ਵੱਡਾ ਭਗਤ ਹੋ ਕੇ ਝੂਠ ਬੋਲ ਰਿਹਾ ਹੈਗਾ। ਅਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਦੇਖੋ ਮੈਂ ਤਾਂ ਰੱਬ ਦਾ ਭਗਤ ਹੋ ਕੇ ਤੁਹਾਡੇ ਕਿਸੇ 'ਤੇ ਝੂਠ ਬੋਲਦਾ, ਪਰ ਤੁਸੀਂ ਤਾਂ ਖੁਦ ਰੱਬ ਹੋ ਕੇ ਕਹਿ ਰਹੇ ਆ ਕਿ ਮੇਰੇ ਪਾਸ ਦੇਣ ਵਾਸਤੇ ਪੈਸੇ ਨਹੀਂ ਹੈ। ਸੋ ਜਦ ਇਹ ਗੱਲ ਹੋਈ ਹੈ ਦੇਖੋ ਉਸੇ ਟਾਈਮ ਕਹਿੰਦੇ ਪਰਮੇਸ਼ਰ ਜਿਹੜੇ ਸੀ ਅਲੋਪ ਹੋ ਗਏ। ਪਰ ਪਰਮੇਸ਼ਰ ਨੇ ਚਾਹਿਆ ਕਿ ਹੁਣ ਅਸੀਂ ਰਵਿਦਾਸ ਮਹਾਰਾਜ ਜੀ ਨੂੰ ਜਿਹੜੇ ਹੈਗੇ ਆ ਉਹ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਉਲਝਾਉਣਾ ਹੈਗਾ। ਪਰ ਦੇਖੋ ਇੱਥੇ ਭਗਤ ਵੀ ਜਿਹੜੇ ਉਹ ਘੱਟ ਨਹੀਂ ਹੈਗੇ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੇ ਮੋਹੇ, ਇੱਕ ਵਾਰ ਫਨ ਮੋਕੋ ਬਾਂਦੇ ਮੋਪੇ ਫਿਰ ਜਵਾਬ ਨਾ ਹੋਏ। ਦੇਖੋ ਕਹਿੰਦੇ ਰੱਬ ਫਿਰ ਸਾਧੂ ਦੇ ਭੇਸ 'ਚ ਆਇਆ ਅਤੇ ਆ ਕੇ ਰਵਿਦਾਸ ਜੀ ਨੂੰ ਇੱਕ ਪਾਰਸ ਦੇਣਾ ਚਾਹਿਆ। ਜਦੋਂ ਬਾਬਾ ਰਵਿਦਾਸ ਜੀ ਨੂੰ ਪਾਰਸ ਦੇਣਾ ਚਾਹਿਆ ਤਾਂ ਬਾਬਾ ਜੀ ਕਹਿਣ ਲੱਗੇ ਕਿ ਇਹ ਕੀ ਆ, ਕਹਿੰਦੇ ਵੀ ਤੁਸੀਂ ਕਿਸੇ ਵੀ ਲੋਹੇ ਨੂੰ ਲਾ ਦਿਓ ਇਹ ਸੋਨਾ ਬਣ ਜਾਂਦੀ ਆ ਅਤੇ ਤੁਸੀਂ ਜਿੰਨਾ ਮਰਜ਼ੀ ਆਪਣੀ ਜੀਵਨ ਦੇ ਵਿੱਚ ਅਮੀਰ ਹੋ ਸਕਦੇ ਆ, ਦੌਲਤਮੰਦ ਹੋ ਸਕਦੇ ਆ ਅਤੇ ਸ਼ਾਹੂਕਾਰ ਬਣ ਸਕਦੇ ਆ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ ਭਾਈ, ਕਿਉਂਕਿ ਭਗਤ ਦਾ ਕੰਮ ਹੈਗਾ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਅਸੀਂ ਕਿਰਤ ਜਿਹੜੀ ਇਹ ਨਹੀਂ ਛੱਡਣੀ ਹੈ। ਕਿਰਤ ਸਾਡਾ ਪਹਿਲਾ ਧਰਮ ਆ, ਕਿਰਤ ਦੇ ਨਾਲ ਨਾਮ ਜਪਣਾ ਜਿਹੜਾ ਹੈਗਾ ਇਹ ਭਗਤਾਂ ਦਾ ਅਸੂਲ ਹੈਗਾ। ਪਰ ਦੇਖੋ ਸਾਧੂ ਕਹਿਣ ਲੱਗੇ ਕਿ ਆਹ ਜਿਹੜੀ ਪਾਰਸ ਦੀ ਬੱਟੀ ਆ ਇਹਨੂੰ ਵੱਡੇ ਵੱਡੇ ਸ਼ਾਹੂਕਾਰ ਜਾਂ ਦੁਨੀਆ ਦੇ ਲੋਕੀ ਤਰਸਦੇ ਆ, ਤੁਸੀਂ ਜਿੰਨਾ ਮਰਜ਼ੀ ਸੋਨਾ ਬਣਾ ਲਓ, ਅਗਰ ਆਪਣੇ ਲਈ ਨਹੀਂ ਖਰਚਣਾ ਹੈਗਾ ਤਾਂ ਆਏਗੇ ਸਾਧੂ ਸੰਗਤ ਦੀ ਸੇਵਾ ਕਰੋ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਾਧੂ ਜਿਹੜੇ ਆਪ ਜੀ ਦੇ ਪਾਸ ਆਉਂਦੇ ਆ ਅਤੇ ਪਰ ਆਪ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਨਹੀਂ ਕਰ ਸਕਦੇ। ਜੋ ਵੀ ਘਰ 'ਚ ਰੁੱਖੀ ਮਿੱਸੀ ਹੁੰਦੀ ਹੈ ਤੁਸੀਂ ਉਹਨਾਂ ਦੇ ਅੱਗੇ ਪਰੋਸ ਦਿੰਦੇ ਆ। ਅਗਰ ਤੁਹਾਡੇ ਕੋਲ ਸੋਨਾ ਹੋਊਗਾ, ਧਨ ਦੌਲਤ ਹੋਊਗੀ, ਤੁਸੀਂ ਵਧੀਆ ਸੇਵਾ ਕਰ ਸਕਦੇ ਆ ਅਤੇ ਉਹਨਾਂ ਵਾਸਤੇ ਮਹਿਲ ਬਣਾ ਸਕਦੇ ਆ, ਆਰਾਮਦਾਇਕ ਚੀਜ਼ਾਂ ਜਿਹੜੀਆਂ ਬਣਾ ਸਕਦੇ ਆ। ਪਰ ਭਗਤ ਜੀ ਕਹਿਣ ਲੱਗੇ ਕਿ ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ, ਸਾਡੇ ਪਾਸ ਜੋ ਵੀ ਕੁਛ ਵਾ ਉਹ ਬਹੁਤ ਕੁਛ ਵਾ। ਪਰ ਜਦੋਂ ਸਾਧੂ ਨਾ ਮੰਨਿਆ, ਅਖੀਰ ਫਿਰ ਬਾਬਾ ਰਵਿਦਾਸ ਜੀ ਨੂੰ ਕਹਿਣ ਲੱਗਾ ਕਿ ਇਹ ਜਿਹੜੀ ਪਾਰਸ ਦੀ ਬੱਟੀ ਹੈਗੀ ਆ ਇਹ ਮੈਂ ਤੇਰੇ ਰੱਖ ਦਿੰਦਾ ਹੈਗਾ, ਕਿਉਂ ਸਮਾਂ ਪਾ ਕੇ ਫਿਰ ਜਦ ਤੂੰ ਚਾਹੇ ਨੂੰ ਵਰਤ ਸਕਦਾ। ਦੇਖੋ ਜਿਹੜਾ ਸਾਧੂ ਸੀਗਾ ਉਹ ਪਾਰਸ ਦੀ ਜਿਹੜੀ ਬੱਟੀ ਸੀਗੀ ਇੱਕ ਕੱਪੜੇ 'ਚ ਲਪੇਟ ਕੇ ਰਵਿਦਾਸ ਮਹਾਰਾਜ ਦੀ ਝੌਂਪੜੀ ਦੀ ਛੰਨ ਦੀ ਜਿਹੜੀ ਛੱਤ ਸੀ ਉਹਦੇ ਵਿੱਚ ਰੱਖ ਕੇ ਚਲਾ ਗਿਆ। ਜਦ ਚਲਾ ਗਿਆ ਤਾਂ ਬਾਬਾ ਰਵਿਦਾਸ ਜੀ ਨੇ ਜਿਹੜਾ ਸੀ ਉਸ ਪਾਰਸ ਦੀ ਬੱਟੀ ਵੱਲ ਤੱਕਿਆ ਵੀ ਨਹੀਂ ਹੈ।
देखो साल इस तरह जिहड़ा लंघदा गया, साधु भी आउंदे गए, पंडित भी आउंदे गए, ज्ञान गोष्ठियां भी हुंदियां गईयां ते बाबा जी जिहड़े सीगे वो इसे ही तरह जिहड़े जोड़े गंढण दा काम करते रहे। अगर कोई पैसा दे जांदा ठीक सी, नहीं दिंदा तां भी प्रसन्न रहिंदे सीगे। जो घर 'च रुखी मिस्सी सी आ गए साधुओं की संगत करते सीगे। पर उही परमेश्वर जद फिर साधु के रूप दे विच 1 साल बाद आए, उन्होंने आके रविदास जी ने जब देखा कि उही झोंपड़ी है, उही काम है, कोई तब्दीली नहीं है। फिर साधु कहन लगा कि मैं तो सोचा सीगा कि तुसीं बहुत बड़े महल पा लए होणगे, बड़े बड़े आश्रम बना लए होणगे, साधुआं दी बड़ी जिहड़ी आओ भगत करदे होंगे, पर तुसीं तां पहले दी तरह ही उसे तरह जोड़े गंढदे आ ते जो रुखी मिस्सी उही खा के घर दा गुजारा करदे आ। ते रविदास जी जिहड़े सीगे वो चुप रहे उन्हां दी गल सुण के। फिर साधु कहन लगा कि मैं तुहानूं एक पारस दी बट्टी दे के गया सी, कि तुहानूं वो चेता भुल गया है, कि तुहानूं उहदे 'च ज्ञान नहीं है। सो रविदास महाराज कहन लगे बाबा जी कहते भी असी पारस की बट्टी की करनी है, सानू ये नाल की काम हैगा। जब इन्नी गल हो साधु कहन लगा कि मैं दे के तो गया सी। कहते भी ठीक है। बाबा जी कहन लगे अगर तू लिद्दी आ जिथे तू रखी है उत्थे देख लै। जद कहते वो साधु ने जिथे जी पारस की बट्टी रखी सी, निगाह मारी उस तरह उस कपड़े 'च बल्झी पई सी। देखो वो फिर जी पारस की बट्टी सी, देखो साधु लैके जिहड़ा सीगा फिर अलोप हो गया। पर फिर मन में सोचा हैगा कि इस तरह जी पारस की बट्टी वरतणगे तां नहीं, क्यों ना होवे है ना कि असी है ना बाबा रविदास जी ने सीधियां मोहरां दईए। सो देखो जे इस चौंकी ते रविदास महाराज सारी रात बैठ के जिहड़ी परमेश्वर की इबादत भजन बंदगी करते हुंदे सीगे। ते जद सवेरा हुंदा सीगा ते की देखदे हुंदे सीगे कि चौंकी दे थल्ले है ना 5 मोहरां पईयां हुंदियां सी सोने दीयां। जदों बाबा रविदास अमृत वेले उठ के ज़्यादा जिहड़ा सीगा वो झोंपड़ी जिहड़ी सी वो झाड़ू दे नाल साफ करदे हुंदे सी, चौंकी चकदे हुंदे सी, थल्लियों सोने दीयां 5 मोहरां निकलदियां रहिंदियां सीगीआं। पर वो झाड़ू फेर के ने इस तरह मोहरां जिहड़ियां सीगीआं एक खुंजे वालों कर दिंदे सीगे। इस तरह ये जिहड़ा है ना सिलसिला सीगा मोहरां दा काफ़ी समा चलदा रहा। पर जदों एक खुंजे ते उत्ते है ना मोहरां लगदियां बड़ा ढेर लग गया। पर जद परमेश्वर ने देखा हैगा कि रविदास महाराज ने वो जिहड़ियां मोहरां हैगियां उन्हां नूं कूड़े करकट दा ढेर समझ के ना एक पासे सिੱਟੀ जांदे हैगे। फिर देखो वाहिगुरू जी इन्ने मन ही मन प्रसन्न होए। तो फिर देखो गुरबाणी ने भी ये गल जिहड़ी है ना आखी है कि रविदास महाराज धन्नो आ जे जिन्हां ने संपूर्ण जिहड़ी माया है ना उहदा त्याग कर दिता हैगा। सो माया दा जिहड़ा मनो त्याग है ना वो बाबा रविदास जी के मन के उत्ते जिहड़ा है ना वो ही हो सकता जिहड़ा एक वाहिगुरू के सच्चे भगत दे विच हुंदा हैगा। सो जदों वो माया के उपरों बिल्कुल निर्लेप हो गए, वाहिगुरू जी ने भी देख लिया हैगा कि बाबा रविदास जिहड़े है ना माया तो निर्लेप हो गए। फिर देखो परमेश्वर जिहड़े वो इन्ने प्रसन्न हो गए। तो फिर देखो वो जिहड़ी पंक्ति है ना जिहड़ी गुरबाणी दी हैगी आ वो किवें जिहड़ी है ना भगतां दे उपर पूर्ण हुंदी है कि मेरी बांधी भगत छडावे। तो देखो परमेश्वर ने कहा कि मेरी जिहड़ी माया की बन्नी हुई गंढ हैगी आ मोह माया की, इहनूं कहंदे भगत खोल दिंदे। पर नाल कहता बांधे भगत ना छूटे मोहे। अगर परमेश्वर कहता हैगा कि अगर रब दे प्यारे रब दे भगत मैनूं प्रेम की डोरी दे नाल बांध देण तो फिर कहंदे मैं अपने आप छुट नहीं सकता। देखो ऐसी प्रेम की जिहड़ी डोरी है ना ये बाबा रविदास जी महाराज ने परमेश्वर दे नाल जिहड़ी सी वो पा लई सीगी। देखो जदों माया का पूर्ण त्याग हो गया समा आया तो फिर बहुत सारिया संगतां जिहड़ियां सी जद बाबा रविदास जी के दर्शन करन आउण लगियां ते खास करके जिहड़े काशी दे पंडित सीगे है ना उन्हां दे अंदर जानी कि जिहड़ी घृणा सीगी नफरत सीगी होर भी वध गई। उन्होंने देखा हैगा कि संगतां जिहड़ियां जिन्ने भी दान भेटा जां जो भी लिआउंदियां वो खास करके सिद्धियां ही है ना सानू छड्ड के बाबा रविदास महाराज दे चरनां दे उत्ते रख दिंदियां है। तो उत्थे फिर दिन रात जिहड़े लंगर हैगे ना वो आउणे शुरू हो गए। ये देख के पंडितां तो जिहड़ा है ना रिहा नहीं सी जांदा क्योंकि वो कहिंदे सीगे कि दान लेना ते देना जिहड़ा है ना वो बामण दा काम हैगा। एक नीवीं जात वाला जिहड़ा आदमी है ना दान लै सकदा है ना दे सकदा हैगा। सो कहण तो भाव ये हैगा कि उन्हां दी जिहड़ी अपनी धार्मिक नफरत सी दिनों दिन वधण लगी। उन्हां ने फिर समा पा के है ना जिहड़ा उत्थे नवाब सीगा कांशी दा उहदे पास फिर बाबा रविदास जी शिकायत कर दित्ती। जद पंडितां ने इकट्ठे होकर शिकायत कीती तो वो जिहड़ा नवाब सीगा काशी वाला वो भी थोड़ा धार्मिक ख्यालों वाला सीगा तो बाबा रविदास जी के प्रति उहदी भी शरधा जिहड़ी सी बहुत ज़्यादा सीगी क्योंकि उन्हें भी है ना आले दुआले जिन्नियां संगतां सीगियां होर प्रेमी सी उन्हां तो बाबा रविदास महाराज की जिहड़ी महिमा सीगी है ना सुण छड्डी सीगी।
ਉਹ ਆਪ ਵੀ ਜਿਹੜਾ ਸੀਗਾ ਹੈ ਨਾ ਬਾਬਾ ਰਵਿਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਆਉਂਦਾ ਰਿਹਾ ਹੈ। ਦੇਖੋ ਜਦੋਂ ਪੰਡਤਾਂ ਨੇ ਸ਼ਿਕਾਇਤ ਕੀਤੀ ਤੇ ਫਿਰ ਉਹਨੇ ਕਿਹਾ ਹੈਗਾ ਕਿ ਮੈਂ ਇਹ ਜਿਹੜੀ ਤੁਹਾਡੀ ਸ਼ਿਕਾਇਤ ਹੈਗੀ ਆ ਇਸ ਨੂੰ ਹੈ ਨਾ ਪਰਖ ਕੇ ਦੇਖੂੰਗਾ ਕਿ ਤੁਹਾਡੀ ਬਾਬਾ ਰਵਿਦਾਸ ਜੀ ਦੇ ਪਾਸ ਕੀਤੀ ਹੋਈ ਸ਼ਿਕਾਇਤ ਬਿਲਕੁਲ ਸਹੀ ਹੈ ਜਾਂ ਝੂਠੀ ਆ। ਫਿਰ ਦੇਖੋ ਉੱਥੇ ਇੱਕ ਤਰੀਕਾ ਰੱਖਿਆ ਗਿਆ ਕਿ ਪੰਡਤਾਂ ਨੂੰ ਆਖਿਆ ਕਿ ਤੁਸੀਂ ਕਹਿੰਦੇ ਕਿ ਦਾਨ ਜਿਹੜਾ ਹੈਗਾ ਉਹ ਲੈਣਾ ਸਾਡਾ ਧਰਮ ਹੈਗਾ, ਮੰਦਰ ਦੀਆਂ ਜਿਹੜੀਆਂ ਮੂਰਤੀਆਂ ਹੈਗੀਆਂ ਉਹਦੀ ਪੂਜਾ ਕਰਨੀ ਸਾਡਾ ਧਰਮ ਹੈਗਾ, ਸਾਡੇ ਦੇਵਤੇ ਜਿਹੜੇ ਸਭ ਤੋਂ ਸ੍ਰੇਸ਼ਟ ਵਾ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਜਾਣੀ ਜਿੰਨੇ ਵੀ ਪੰਡਤ ਹੈਗੇ ਆ ਉਹ ਸਾਰੇ ਹੀ ਰਾਜਗੁਰੂ ਕਹਾਉਂਦੇ ਆ। ਸੋ ਜਿਹੜੇ ਰਾਜਿਆਂ ਦੇ ਗੁਰੂ ਹੈਗੇ ਆ ਉਹਨਾਂ ਦਾ ਹੱਕ ਹੈਗਾ ਨਾ ਕਿ ਕਿਸੇ ਨੀਵੀਂ ਜਾਤ ਦਾ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਸੀ ਬ੍ਰਾਹਮਣਾਂ ਨੇ ਉਸ ਟਾਈਮ ਕਾਸ਼ੀ ਦਾ ਜਿਹੜਾ ਮੇਨ ਨਵਾਬ ਸੀਗਾ ਉਹਦੇ ਪਾਸ ਰੱਖੀਆਂ। ਸੋ ਫਿਰ ਨਵਾਬ ਨੇ ਜਾਣੀ ਇਹ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰ ਲਓ ਕਿ ਅਸੀਂ ਵੀ ਬਾਬਾ ਰਵਿਦਾਸ ਜੀ ਨੂੰ ਜਿਹੜੀ ਬੁਲਾ ਲੈਂਦੇ ਹਾਂ ਅਤੇ ਗੰਗਾ ਦੇ ਕਿਨਾਰੇ ਇੱਕ ਪਾਸੇ ਹਨ ਤੁਹਾਡੀਆਂ ਜੋ ਮੰਦਰ ਦੀਆਂ ਮੂਰਤੀਆਂ ਹੈਗੀਆਂ ਉਹ ਰੱਖ ਦਿੰਦੇ ਹਾਂ ਅਤੇ ਤੁਸੀਂ ਵੀ ਦੂਸਰੇ ਗੰਗਾ ਦੇ ਦੂਸਰੇ ਕਿਨਾਰੇ 'ਤੇ ਜਾ ਕੇ ਮੂਰਤੀਆਂ ਨੂੰ ਆਵਾਜ਼ਾਂ ਮਾਰਨੀਆਂ, ਮੂਰਤੀਆਂ ਦੀ ਆਰਾਧਨਾ ਕਰਨੀ, ਜਸ ਕਰਨਾ, ਕਿਉਂਕਿ ਤੁਸੀਂ ਕਹਿੰਦੇ ਹੈ ਕਿ ਸਾਡਾ ਜਿਹੜਾ ਇਹ ਮੂਰਤੀ ਪੂਜਾ ਧਰਮ ਹੈ ਕੁੱਲ ਗੁਰੂ ਧਰਮ ਹੈਗਾ। ਸੋ ਇਸ ਕਰਕੇ ਹੈ ਨਾ ਅੱਜ ਇਹ ਪਰਖ ਬੜੀ ਜ਼ਰੂਰੀ ਹੈਗੀ ਆ। ਦੇਖੋ ਉਹਨਾਂ ਨੇ ਵੀ ਜਾ ਕੇ ਨਾ ਬਾਬਾ ਰਵਿਦਾਸ ਜੀ ਨੂੰ ਜਿਹੜਾ ਸੀਗਾ ਇਹ ਸਾਰੀ ਗੱਲ ਦੱਸੀ ਹੈ। ਸੋ ਸਮਾਂ ਨਿਯਤ ਕੀਤਾ ਗਿਆ, ਗੰਗਾ ਦੇ ਕਿਨਾਰੇ ਇੱਕ ਪਾਸੇ ਮੰਦਰ ਦੀਆਂ ਮੂਰਤੀਆਂ ਰੱਖੀਆਂ ਗਈਆਂ ਅਤੇ ਦੂਸਰੇ ਪਾਸੇ ਜਿਹੜੇ ਸੀ ਉਹ ਪੰਡਤ ਜਿਹੜੇ ਬਿਠਾਏ ਗਏ ਅਤੇ ਬਾਬਾ ਰਵਿਦਾਸ ਜੀ ਨੂੰ ਵੀ ਨਵਾਬ ਨੇ ਦੱਸਿਆ ਅਤੇ ਕਾਸ਼ੀ ਸ਼ਹਿਰ ਸਾਰਾ ਜਿਹੜਾ ਆਲੇ ਦੁਆਲੇ ਇਲਾਕੇ ਦਾ ਉਹ ਇਕੱਠਾ ਹੋਇਆ। ਉਹਦੇ ਵਿੱਚ ਇਹ ਦੱਸਿਆ ਕਿ ਜਿਹੜਾ ਮੂਰਤੀਆਂ ਨੂੰ ਆਵਾਜ਼ ਮਾਰੇਗਾ ਮੂਰਤੀਆਂ ਜਿਸ ਦੀ ਆ ਕੇ ਨਾ ਝੋਲੀ ਵਿੱਚ ਪੈ ਜਾਣਗੀਆਂ, ਸਮਝ ਲਓ ਉਹੋ ਹੀ ਹੈ ਨਾ ਜਿਹੜਾ ਹੈਗਾ ਉਹ ਕਾਸ਼ੀ ਦਾ ਮੇਨ ਭਗਤ ਜਾਂ ਰੱਬ ਦਾ ਪਿਆਰਾ ਜਿਹੜਾ ਉਹ ਗੁਰੂ ਮੰਨਿਆ ਜਾਊਗਾ। ਸੋ ਪੰਡਤ ਜਿਹੜੇ ਸੀ ਉਹ ਆਪਣੇ ਆਪ ਨੂੰ ਵੱਡੇ ਕਹਾਉਣ ਦੇ ਬਾਵਜੂਦ ਜਾਣੀ ਕਿ ਜਿਹੜਾ ਨਵਾਬ ਸੀਗਾ ਹੈ ਨਾ ਉਹਨੇ ਇਹ ਜਿਹੜੀ ਪਹਿਲ ਸੀਗੀ ਪਹਿਲਾਂ ਪੰਡਤਾਂ ਨੂੰ ਦਿੱਤੀ ਆ। ਦੇਖੋ ਦੱਸਦੇ ਆ ਕਿ ਜਦੋਂ ਹੈ ਨਾ ਪੰਡਤਾਂ ਨੇ ਜਿਹੜੀ ਆਪਣੀ ਪਹਿਲ ਦੇ ਵਿੱਚ ਜਦ ਕੀਰਤਨ ਕਰਨਾ ਸ਼ੁਰੂ ਕੀਤਾ, ਜਿਹੜੀਆਂ ਮੂਰਤੀਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਕਹਿੰਦੇ ਸਵੇਰ ਤੋਂ ਲੱਗੇ ਸੀਗੇ ਅਤੇ ਦੁਪਹਿਰ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਹੋ ਗਈ, ਪਰ ਉਹ ਜਿਹੜੀਆਂ ਮੂਰਤੀਆਂ ਦੂਜੇ ਪਾਸੇ ਚੌਂਕੀ 'ਤੇ ਬਿਠਾਈਆਂ ਸੀਗੀਆਂ ਉਹ ਟਸ ਤੋਂ ਮਸ ਨਹੀਂ ਹੋਈਆਂ, ਉਸੇ ਤਰ੍ਹਾਂ ਖੜੀਆਂ ਰਹੀਆਂ। ਜਦ ਖੜੀਆਂ ਰਹੀਆਂ ਤਾਂ ਜਿਹੜੇ ਪੰਡਤ ਸੀਗੇ ਉਹ ਆਪਣਾ ਸਾਰਾ ਵੀ ਜੋ ਵੀ ਰਾਗ ਰਤਨ ਸੀਗਾ ਹੈ ਨਾ ਪੂਰਾ ਜ਼ੋਰ ਲਾ ਕੇ ਹਟ ਗਏ, ਪਰ ਮੂਰਤੀਆਂ ਜਿਹੜੀਆਂ ਸੀਗੀਆਂ ਉਸੇ ਤਰ੍ਹਾਂ ਚੌਂਕੀ ਦੇ ਉੱਤੇ ਬਿਰਾਜਮਾਨ ਖੜੀਆਂ ਰਹੀਆਂ। ਅਖੀਰ ਜਦ ਪੰਡਤ ਬੁਰੀ ਤਰ੍ਹਾਂ ਜਿਹੜੇ ਸੀ ਉਹ ਥੱਕ ਗਏ, ਪਸੀਨੋ ਪਸੀਨੀ ਹੋ ਗਏ। ਅਖੀਰ ਉਹਨਾਂ ਨੇ ਫਿਰ ਕਾਸ਼ੀ ਦੇ ਨਵਾਬ ਨੂੰ ਇਹ ਕਹਿ ਦਿੱਤਾ ਸੀਗਾ ਕਿ ਹੁਣ ਸਮਾਂ ਜਿਹੜਾ ਕਲਯੁਗ ਦਾ ਆ ਰਿਹਾ ਹੈਗਾ, ਇਸ ਕਰਕੇ ਮੂਰਤੀਆਂ ਜਿਹੜੀਆਂ ਹੈ ਨਾ ਉਹ ਗੰਗਾ ਦੇ ਦੂਸਰੇ ਪਾਸੇ ਤੋਂ ਚੱਲ ਕੇ ਪਾਣੀ ਦੇ ਉੱਪਰ ਜਲ ਦੇ ਉੱਪਰ ਤਰ ਕੇ ਇੱਧਰ ਨਹੀਂ ਆ ਸਕਦੀਆਂ, ਕਿਉਂਕਿ ਹੁਣ ਕਲਯੁਗ ਦਾ ਬਹੁਤ ਜ਼ੋਰ ਹੈਗਾ। ਜਦ ਇਹ ਗੱਲ ਹੋਈ ਹੈ ਅਤੇ ਜਿਤਨੀ ਵੀ ਆਲੇ ਦੁਆਲੇ ਸੰਗਤ ਸੀਗੀ ਉਹ ਸਾਰੀ ਜਿਹੜੀ ਸੀ ਉਹ ਪੰਡਤਾਂ ਦੇ ਉੱਪਰ ਜਿਹੜੀ ਹੱਸਣ ਲੱਗ ਪਈ। ਪਰ ਫਿਰ ਨਵਾਬ ਨੇ ਆਖਿਆ ਕਿ ਚਲੋ ਠੀਕ ਹੈ, ਅਗਰ ਤੁਹਾਡੇ ਕਿਸੇ 'ਤੇ ਮੂਰਤੀਆਂ ਨਹੀਂ ਆਈਆਂ ਤਾਂ ਹੁਣ ਅਸੀਂ ਹੈ ਨਾ ਬਾਬਾ ਰਵਿਦਾਸ ਜੀ ਦੇ ਅੱਗੇ ਬੇਨਤੀ ਕਰਾਂਗੇ ਕਿ ਉਹ ਮੂਰਤੀਆਂ ਨੂੰ ਆਵਾਜ਼ ਮਾਰ ਕੇ ਗੰਗਾ ਦੇ ਦੂਸਰੇ ਕਿਨਾਰੇ ਜਿਹੜੇ ਹੈ ਨਾ ਉਹ ਆਪਣੇ ਪਾਸ ਬੁਲਾਉਣ। ਦੇਖੋ ਜਦੋਂ ਇਹ ਜਿਹੜੀ ਗੱਲ ਸੀਗੀ ਨਵਾਬ ਨੇ ਬਾਬਾ ਰਵਿਦਾਸ ਜੀ ਨੂੰ ਜਾ ਕੇ ਦੱਸੀ ਤਾਂ ਹੁਣ ਬਾਬਾ ਰਵਿਦਾਸ ਜੀ ਦਾ ਮੂਰਤੀਆਂ ਦਾ ਤਰਨਾ ਜਾਂ ਨਾ ਤਰਨਾ ਜਿਹੜਾ ਸੀਗਾ ਉਹਨਾਂ ਵਾਸਤੇ ਕੋਈ ਖਾਸ ਮਾਇਨਾ ਨਹੀਂ ਸੀ ਰੱਖਦਾ, ਕਿਉਂਕਿ ਉਹ ਤਾਂ ਰੱਬ ਦੇ ਪਿਆਰੇ ਸੀਗੇ। ਪਰ ਫਿਰ ਵੀ ਜਗਤ ਦੇ ਵਿੱਚ ਇਹ ਦਰਸਾਉਣ ਵਾਸਤੇ ਕਿ ਹਰੀ ਨਾਮ ਜਾਂ ਜੋ ਵਾਹਿਗੁਰੂ ਦਾ ਭਗਤ ਵਾ ਤਾਂ ਰੱਬ ਦਾ ਪਿਆਰਾ ਹੈ ਨਾ, ਅਤੇ ਰੱਬ ਦੇ ਪਿਆਰੇ ਵਿੱਚ ਕੋਈ ਅੰਤਰ ਨਹੀਂ ਆ। ਇਸ ਨੂੰ ਦਰਸਾਉਣ ਵਾਸਤੇ ਹੈ ਨਾ ਫਿਰ ਦੇਖੋ ਬਾਬਾ ਰਵਿਦਾਸ ਜੀ ਮਹਾਰਾਜ ਜਿਹੜੇ ਸੀਗੇ ਉਹ ਗੰਗਾ ਦੇ ਕਿਨਾਰੇ ਇੱਕ ਪਾਸੇ ਬੈਠ ਗਏ ਅਤੇ ਹਜ਼ਾਰਾਂ ਜਿੰਨਾ ਵੀ ਲੱਖਾਂ ਦਾ ਜੋ ਇਕੱਠ ਹੋਇਆ ਸੀਗਾ ਉਹਦੇ ਵਿੱਚ ਫਿਰ ਬਾਬਾ ਰਵਿਦਾਸ ਜੀ ਨੇ ਜਦੋਂ ਜਿਹੜੀਆਂ ਮੂਰਤੀਆਂ ਨੂੰ ਮਾਰਨ ਦੀ ਆਵਾਜ਼ ਸੀਗੀ ਉਸ ਦੀ ਜਗ੍ਹਾ ਹੈ ਨਾ ਪਰਮੇਸ਼ਰ ਨੂੰ ਆਪ ਜਿਹੜੀ ਸੀ ਆਵਾਜ਼ ਮਾਰੀ। ਉਸ ਆਵਾਜ਼ ਵਿੱਚ ਹੈ ਨਾ ਬਾਬਾ ਰਵਿਦਾਸ ਜੀ ਨੇ ਦੇਖੋ ਗੁਰਬਾਣੀ ਦੇ ਸ਼ਬਦ ਪੜ੍ਹੇ ਆ, ਜਿਵੇਂ ਸ਼ਬਦ ਹੈਗੇ ਆ ਕਿ ਤੁਮ ਚੰਡਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਬਾਸਾ। ਜਦ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਸੀਗੇ ਬਰਾਗ ਦੇ ਵਿੱਚ ਪੜ੍ਹੇ ਗਏ ਆ। ਸੋ ਜਦੋਂ ਬਰਾਗ ਦੇ ਵਿੱਚ ਸ਼ਬਦ ਜਿਹੜੇ ਸੀ ਬਾਬਾ ਰਵਿਦਾਸ ਜੀ ਨੇ ਪੜ੍ਹਨੇ ਸ਼ੁਰੂ ਕੀਤੇ, ਉਸੇ ਟਾਈਮ ਜਿਹੜੀਆਂ ਮੂਰਤੀਆਂ ਸੀਗੀਆਂ ਜੜ੍ਹ ਸੀਗੀਆਂ, ਇਉਂ ਸਮਝ ਲਓ ਜਿਵੇਂ ਉਹਨਾਂ ਦੇ ਵਿੱਚ ਹੈ ਨਾ ਚੇਤਨ ਸੱਤਾ ਆ ਗਈ ਹੋਵੇ। ਉਹ ਮੂਰਤੀਆਂ ਜਿਹੜੀਆਂ ਸੀਗੀਆਂ ਉਹ ਆਪਣੇ ਆਪ ਹਿੱਲਣ ਲੱਗ ਪਈਆਂ ਅਤੇ ਉਹ ਜਿਸ ਚੌਂਕੀ ਦੇ ਉੱਪਰ ਮੂਰਤੀਆਂ ਜਿਹੜੀਆਂ ਸੀ ਉਹ ਸਜਾ ਕੇ ਰੱਖੀਆਂ ਸੀਗੀਆਂ ਉਹੀ ਚੌਂਕੀ ਜਿਹੜੀ ਸੀ ਉਹ ਗੰਗਾ ਕਿਨਾਰੇ ਜਿਹੜੀ ਸੀ ਉਹ ਯਕਦਮ ਪਾਣੀ ਦੇ ਵਿੱਚ ਠਿੱਲ ਗਈ
ਤਾਂ ਉਹ ਫਿਰ ਜਿਹੜੀ ਚੌਂਕੀ ਸੀਗੀ, ਜਿਉਂ-ਜਿਉਂ ਇੱਧਰ ਬਾਬਾ ਰਵਿਦਾਸ ਮਹਾਰਾਜ ਜਿਹੜੇ ਗੁਰਬਾਣੀ ਦਾ ਸ਼ਬਦ ਪਰਮੇਸ਼ਰ ਦੇ ਬਰਾਗ ਦੇ ਵਿੱਚ ਪੜ੍ਹਦੇ ਆ, ਤਿਉਂ-ਤਿਉਂ ਚੰਦਨ ਦੀ ਚੌਂਕੀ ਦੇ ਉੱਤੇ ਇਹ ਮੂਰਤੀਆਂ ਅਤੇ ਜਿਹੜੀ ਚੌਂਕੀ ਸੀਗੀ ਹੈ ਨਾ, ਉਹ ਗੰਗਾ ਦੇ ਪਾਣੀ ਦੇ ਉੱਤੋਂ ਦੀ ਤਰਦੀ ਹੌਲੀ ਜਿਹੜੀ ਸੀਗੀ, ਜਦ ਸ਼ਬਦ ਦਾ ਭੋਗ ਪਿਆ ਹੈਗਾ ਅਤੇ ਗੰਗਾ ਦੇ ਦੂਸਰੇ ਕਿਨਾਰੇ ਜਿੱਥੇ ਬਾਬਾ ਰਵਿਦਾਸ ਮਹਾਰਾਜ ਬੈਠੇ ਸੀਗੇ ਉੱਥੇ ਪਹੁੰਚ ਗਏ। ਜਦ ਉੱਥੇ ਪਹੁੰਚੀ ਉਹ ਮੂਰਤੀਆਂ ਜਿਹੜੀਆਂ ਸੀਗੀਆਂ ਹਨ ਉਹ ਆਪਣੇ ਆਪ ਹੀ ਬਾਬਾ ਰਵਿਦਾਸ ਮਹਾਰਾਜ ਦੀ ਝੋਲੀ ਦੇ ਵਿੱਚ ਆ ਗਈਆਂ। ਜਦ ਲੱਖਾਂ ਸੰਗਤਾਂ ਨੇ ਇਹ ਜਿਹੜਾ ਅਚਰਜ ਘਟਨਾ ਸੀਗੀ ਜਾਂ ਅਚਰਜ ਨਜ਼ਾਰਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਦੇਖਿਆ, ਅਤੇ ਫਿਰ ਇਹ ਅਚਰਜ ਨਜ਼ਾਰਾ ਦੇਖਦੇ ਹਨ ਸਾਰੀ ਸੰਗਤ ਦੇ ਵਿੱਚ ਜੈ ਜੈਕਾਰ ਹੋਣ ਲੱਗ ਪਈ। ਔਰ ਬਾਬਾ ਰਵਿਦਾਸ ਮਹਾਰਾਜ ਦੀ ਇੰਨੀ ਜੈ ਜੈਕਾਰ ਹੋਈ ਹਨ, ਸਭ ਨੇ ਇਹ ਆਖ ਦਿੱਤਾ ਕਿ ਬਾਬਾ ਰਵਿਦਾਸ ਜੀ ਤੋਂ ਵੱਡਾ ਕੋਈ ਰੱਬ ਦਾ ਭਗਤ ਪਿਆਰਾ ਨਹੀਂ ਹੈਗਾ। ਸੋ ਪੰਡਿਤ ਜਿਹੜੇ ਸੀਗੇ ਜਿਨ੍ਹਾਂ ਨੇ ਕਹਿਤਾ ਸੀ ਕਿ ਕਲਯੁੱਗ ਦਾ ਸਮਾਂ ਹੈਗਾ ਅਤੇ ਮੂਰਤੀਆਂ ਪਾਣੀ ਵਿੱਚ ਚੱਲ ਨਹੀਂ ਸਕਦੀਆਂ ਹੈਗੀਆਂ, ਉਹ ਸਾਰੇ ਪੰਡਿਤ ਫਿਰ ਉਸੇ ਟਾਈਮ ਆਪਣਾ ਮੂੰਹ ਛੁਪਾ ਕੇ ਜਿਹੜੇ ਸੀਗੇ ਨੇ ਉੱਥੋਂ ਦੂਰ ਭੱਜ ਗਏ। ਸੋ ਫਿਰ ਬਾਬਾ ਰਵਿਦਾਸ ਜੀ ਦੀ ਜਿਹੜੀ ਚੜ੍ਹਤ ਸੀਗੀ, ਜਿਹੜੀ ਮਹਿਮਾ ਸੀਗੀ ਹੈ ਨਾ, ਉਹ ਫਿਰ ਦੂਰ ਦਰਾਡੇ ਜਿਹੜੇ ਸੀਗੀ ਉਹ ਵੀ ਫੈਲਣੀ ਸ਼ੁਰੂ ਹੋ ਗਈ। ਸੋ ਪਤਾ ਲੱਗ ਗਿਆ ਕਿ ਜਿਵੇਂ ਪਹਿਲੀ ਘਟਨਾ ਹੋਈ ਆ ਕਿ ਜਿਹੜਾ ਕਸੀਰਾ ਜਿਹੜਾ ਸੀਗਾ ਉਹ ਗੰਗਾ ਦੇ ਵਿੱਚ ਜਿਹੜਾ ਸੀਗਾ ਉਹ ਹੱਥ ਦੇ ਵਿੱਚ ਜਿਹੜਾ ਫੜਿਆ ਗਿਆ ਸੀਗਾ। ਫਿਰ ਦੂਸਰੀ ਘਟਨਾ ਜਿਹੜੀ ਸੀਗੀ ਉਹ ਵੀ ਜਿਹੜੀ ਹੈ ਨਾ ਬਾਬਾ ਰਵਿਦਾਸ ਦੀ ਇਹ ਹੋਈ ਸੀ ਕਿ ਜਿਹੜਾ ਕੰਗਣ ਸੀਗਾ ਹੈ ਨਾ, ਉਹ ਜਿਹੜਾ ਪੰਡਿਤ ਨੂੰ ਉਸ ਦੇਵੀ ਨੇ ਜਾਂ ਉਸ ਹੱਥ ਰੂਪੀ ਜਿਹੜੀ ਉਹ ਸ਼ਕਤੀ ਸੀਗੀ ਉਸ ਨੇ ਦਿੱਤਾ ਸੀਗਾ। ਸੋ ਉਹ ਵੀ ਜਿਹੜਾ ਕੰਗਣ ਸੀਗਾ ਉਹ ਵੀ ਦੇਖੋ ਕਿਵੇਂ ਪੱਥਰਾਂ ਦੇ ਥੱਲੋਂ ਜਿਹੜੀ ਗੰਗਾ ਚੱਲਦੀ ਜਿਹੜੀ ਸੀਗੀ ਉਸ ਪੰਡਿਤ ਨੇ ਦੇਖੀ ਆ, ਅਤੇ ਉਹ ਵੀ ਜਿਹੜਾ ਸੀਗਾ ਬਾਬਾ ਰਵਿਦਾਸ ਜੀ ਦਾ ਭਗਤ ਹੋਇਆ। ਇਸ ਤਰ੍ਹਾਂ ਇੱਕ ਨਹੀਂ ਅਨੇਕਾਂ ਕੌਤਕ ਜਿਹੜੇ ਉਹ ਵਰਤਦੇ ਗਏ, ਜਿਸ ਨੂੰ ਦੇਖ ਕੇ ਨਾ ਬਾਬਾ ਰਵਿਦਾਸ ਜੀ ਜਿਹੜੀ ਮਹਿਮਾ ਸੀਗੀ ਉਹ ਦੂਰ ਦਰਾਡੇ ਤੱਕ ਫੈਲਣ ਲੱਗੀ। ਇਸੇ ਕਰਕੇ ਸਾਨੂੰ ਜਿਹੜਾ ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਸੋ ਦਾਸ ਇੰਨੇ ਹੀ ਉਹਨਾਂ ਦੇ ਹਜੇ ਵਿਚਾਰ ਜਿਹੜੇ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਰੱਖਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।